ਵਿੱਚ ਔਰ ਸਫ਼ਰ ਤੈਅ ਕਰਨ ਵਿੱਚ ਕੀ ਗੁਜ਼ਾਰ ਦਿੱਤਾ ਹੈ। ਇਹ ਜਿੰਨੇ ਵੀ ਸਾਹ ਕਰਤਾਰ ਨੇ ਬਖਸ਼ਿਸ਼ ਕੀਤੇ ਹਨ, ਇਹ ਵੀ ਵਿਅਰਥ ਤੇਰੇ ਜਾ ਰਹੇ ਹਨ। ਇਸ ਲਈ ਤੂੰ ਉਸ ਕਰਤਾਰ ਅਕਾਲ ਪੁਰਖ ਕਰਤੇ ਦੀ ਪਹਿਚਾਣ ਕਰ, ਉਹਨੂੰ ਸਮਝ। ਉਹਦੇ ਬਾਰੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਸੀ। ਅਗਲੇਰੀਆਂ ਪੰਕਤੀਆਂ 'ਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਗਿਆਨ ਬਖਸ਼ਿਸ਼ ਕਰਦੇ ਹਨ। ਆਓ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਆਪ ਸੰਗਤ ਬਖਸ਼ੋ ਅਸੀਸ ਬਾ ਅਦਬ ਬਾਸਤਕਾਰ ਸਹਿਬਾਂ ਨੂੰ ਝੁਕਾਓ ਸੀਸ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੇਰੇ ਬਚਨਾਂ ਦੇ ਅੰਦਰ ਇਹ ਬਖਸ਼ਿਸ਼ ਰਹਿਮਤ ਕਿਰਪਾ ਕਰਦੇ ਹਨ। ਬਾਬਾ ਮਾਇਆ ਰਚਨਾ ਧੋ ਅੰਦਾ ਨਾ ਵਿਸਾਰਿਆ, ਨਾ ਤਿਸ ਏ ਨਾ ਓ। ਰਹਾਉ ਦੇ ਬੰਦ ਚ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਬਾਬਾ ਮਾਇਆ ਰਚਨਾ ਤੋਂ ਕਿ हे ਭਾਈ, ਇਸ ਮਾਇਆ ਦੇ ਅੰਦਰ ਕੀ ਬੰਦਾ ਇੰਨਾ ਕੁ ਜ਼ਿਆਦਾ ਖਚਤ ਹੋ ਗਿਆ ਕਿ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਕਰਤੇ ਨੂੰ ਭੁੱਲ ਗਿਆ। ਇਹ ਮਾਇਆ ਦੀ ਰਚਨਾ ਜਿਹੜੀ ਹੈ ਇਹ ਕਰਤਾਰ ਨੇ ਕੀਤੀ ਹੈ, ਔਰ ਇਸ ਮਾਇਆ ਦੇ ਅੰਦਰ ਅਸੀਂ ਸਾਰੇ ਖਚਤਾਂ ਮਾਇਆ ਦੀ ਦੌੜ ਪਿੱਛੇ ਲੱਗੇ ਹੋਏ ਹਾਂ। ਔਰ ਮਾਇਆ ਹੀ ਹੈ ਜਿਹੜੀ ਸਾਨੂੰ ਦਿਨ ਰਾਤ ਦੁੜਾ ਰਹੀ ਹੈ। ਜਿਹੜਾ ਮਾਇਆ ਤੋਂ ਨਿਰਲੇਪਾ ਸ਼ਾਂਤ ਹੋ ਕੇ ਬੈਠਾ ਹੈ। ਪਰ ਜਿਹੜੇ ਸਾਡੇ ਵਰਗੇ ਮਾਇਆ ਦੀ ਲਪੇਟ ਵਿੱਚ ਨੇ, ਸੱਚ ਆ ਉਹਨਾਂ ਦੇ ਜਿਹਨਾਂ ਵਿੱਚ, ਉਹਨਾਂ ਦੇ ਹਿਰਦਿਆਂ ਵਿੱਚ ਸ਼ਾਂਤੀ ਨਹੀਂ, ਟਿਕਾ ਨਹੀਂ। ਉਹ ਦੌੜ ਰਹੇ ਨੇ ਔਰ ਦਿਨ ਰਾਤ ਦੌੜਦੇ ਪਏ ਹਾਂ ਅਸੀਂ ਸਾਰੇ। ਮੈਂ ਵੀ ਉਹਨਾਂ ਚਾਹੁੰਦਾ ਸਾਡੀ ਦੌੜ ਹੈ ਕੁਝ ਵੱਧ ਪ੍ਰਾਪਤ ਹੋ ਜਾਏ। ਇਸ ਲਈ ਮਾਇਆ ਦੀ ਲਪੇਟ ਦੇ ਅੰਦਰ ਹਨ ਉਹ ਜੀਵ, ਪਰ ਜਿਹੜੇ ਕਰਤਾਰ ਦੇ ਨਾਮ ਨਾਲ ਜੁੜੇ ਹੋਏ ਨੇ ਉਹ ਬਚ ਗਏ, ਸੰਤੁਸ਼ਟੀ ਆ ਗਈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਬਾਹਰੀ ਤੌਰ ਤੇ ਬੰਦਾ ਕਵੇ ਕਿ ਮੈਂ ਤੇ ਨਾਮ ਨਾਲ ਜੁੜਿਆ ਆਇਆ ਤੇ ਬਚਿਆ, ਪਰ ਅੰਤਰੀਵੀ ਅੰਦਰ ਫਰੋਲ ਕੇ ਵੇਖਿਆ ਜਾਵੇ ਤੇ ਉਹਦੀ ਵੀ ਦੌੜ ਹੈ, ਉਹ ਵੀ ਦੌੜ ਰਿਹਾ। ਬਾਹਰੀ ਤੌਰ ਤੇ ਕਹਿ ਰਿਹਾ ਕਿ ਮੈਂ ਨਿਰਲੇਪ ਹਾਂ ਮਾਇਆ ਤੋਂ, ਪਰ ਅੰਤਰੀਵੀ ਤੌਰ ਤੇ ਉਹ ਵੀ ਮਾਇਆ ਨਾਲ ਜੁੜਿਆ ਨਾ। ਜਿਹੜਾ ਲੋਕਾਂ ਨੂੰ ਤ੍ਰੈਲੋਕੀ ਦੇ ਦਰਸ਼ਨ ਕਰਾਉਂਦਾ ਹੈ, ਤ੍ਰੈਲੋਕੀ ਦੇ ਦਰਸ਼ਨ ਕਰਾਉਂਦਾ ਹੈ, ਉਹ ਵੀ ਬਾਬਾ ਮਾਇਆ ਨਾਲ ਜੁੜਿਆ। ਸਤਿਗੁਰੂ ਜੀ ਕਹਿੰਦੇ ਤ੍ਰੈਲੋਕੀ ਦੇ ਦਰਸ਼ਨ ਹੀ ਮਰਦਾਨਿਆਂ ਇਸ ਖੜਕਦੇ ਹੋਏ ਲੋਟੇ ਕਰਕੇ ਹੋ ਰਹੇ ਨੇ। ਜਦੋਂ ਕਿ ਇਸ ਲੋਟੇ ਦਾ ਖੜਕਾ ਬੰਦ ਹੋ ਗਿਆ, ਉਸੇ ਵਕਤ ਹੀ ਬਾਬੇ ਦੀ ਤ੍ਰੈਲੋਕੀ ਵੀ ਖਤਮ ਹੋ ਜਾਵੇਗੀ। ਔਰ ਇਹ ਸੱਚ ਹੈ ਕਿ ਕਲਯੁਗੀ ਪਾਂਡੇ ਕੋਲ ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ, ਉਹਦੇ ਸਾਹਮਣੇ ਹਜ਼ਾਰਾਂ ਲੋਕ ਬੈਠੇ, ਤ੍ਰੈਲੋਕੀ ਦੇ ਦਰਸ਼ਨ ਕਰਾ ਰਿਹਾ। ਜਿਹੜਾ ਕਹਿੰਦਾ ਮੈਂ ਮਾਇਆ ਤੋਂ ਨਿਰਲੇਪ ਹਾਂ, ਲੋਕ ਕਹਿੰਦੇ ਨੇ ਨਾ ਕਿ ਅਸੀਂ ਮਾਇਆ ਤੋਂ ਨਿਰਲੇਪ ਹਾਂ। ਮੈਂ ਕਹਿੰਦਾ ਕੋਈ ਵੀ ਨਿਰਲੇਪ ਨਹੀਂ। ਜਿਹੜਾ ਇਹ ਕਹਿੰਦਾ ਅਸੀਂ ਨਿਸ਼ਕਾਮ ਹਾਂ, ਵੀ ਅਸੀਂ ਨਿਸ਼ਕਾਮ ਹਾਂ, ਉਹ ਸਭ ਤੋਂ ਵੱਧ ਕਮਾ ਰਿਹਾ।
ਕਿਉਂਕਿ ਅਗਲਾ ਕਹਿੰਦਾ ਨਿਸ਼ਕਾਮ ਹੈ, ਇਹਦੀ ਕਿਹੜਾ ਕੋਈ ਭੇਟਾ ਹੈ, ਅਗਲਾ ਵੱਧ ਦਿੰਦਾ। ਪਰ ਨਿਸ਼ਕਾਮ ਨਿਸ਼ਕੂਮ ਕੋਈ ਨਹੀਂ ਹੈ ਇੱਥੇ, ਬਹੁਤ ਘੱਟ ਹੈਨ, ਵਿਰਲੇ ਨਾ ਹੀ ਕਣੇ, ਸਾਰਿਆਂ ਦੇ ਉੱਪਰ ਨਹੀਂ ਇਹ ਥੋਪਿਆ ਜਾ ਸਕਦਾ, ਇਹ ਵੀ ਗੱਲ ਨਾਲ ਹੈ, ਵਿਰਲੇ ਹੈਨ। ਸੋ ਜਿੰਨਾ ਤੱਕ ਲੋਟਾ ਖੜਕਦਾ ਹੈ, ਬਾਹਰੀ ਤੌਰ ਤੇ ਦਿਸਦਾ ਵੀ ਇਹ ਨਾਮ ਜਪਣ ਵਾਲਾ ਹੈ, ਬਾਹਰੀ ਤੌਰ ਤੇ ਦਿਸਦਾ ਵੀ ਇਹ ਜੁੜਿਆ ਹੋਇਆ, ਪਰ ਅੰਦਰ ਕੁਝ ਹੋਰ ਚੱਲ ਰਿਹਾ, ਅੰਦਰ ਮਾਇਆ ਦੀ ਗੱਲ ਜ਼ਿਆਦਾ ਰੌਲਾ ਪਾ ਰਹੀ ਹੈ। ਔਰ ਇਹ ਵੀ ਹੋ ਸਕਦਾ ਕਿ ਉਹ ਨਾਮ, ਉਹ ਸਿਮਰਨ, ਉਹ ਬੰਦਗੀ ਕਰ ਹੀ ਇਸ ਕਰਕੇ ਰਿਹਾ ਕਿ ਮੈਨੂੰ ਕੁਝ ਪ੍ਰਾਪਤ ਹੋ ਜਾਏ। ਪਿੱਛੇ ਕੋਈ ਮਾਇਆ ਦਾ ਮਤਲਬ ਰੁਪਈਆ ਪੈਸਾ ਨਹੀਂ ਹੈ, ਯਾਦ ਰੱਖਿਓ। 9 ਪ੍ਰਕਾਰ ਦੀ ਮਾਇਆ, ਕੁਝ ਵੀ ਪ੍ਰਾਪਤੀ ਲਈ ਸਿਮਰਨ ਕੀਤਾ ਜਾ ਰਿਹਾ, ਕੁਝ ਵੀ ਪ੍ਰਾਪਤੀ ਲਈ ਨਾਮ ਜਪਿਆ ਜਾ ਰਿਹਾ, ਕੁਝ ਵੀ ਪ੍ਰਾਪਤੀ ਲਈ ਸੇਵਾ ਕੀਤੀ ਜਾ ਰਹੀ ਹੈ, ਭਾਂਡੇ ਮਾਂਜੇ ਜਾ ਰਹੇ ਆ, ਝਾੜੂ ਲਾਇਆ ਜਾ ਰਿਹਾ। ਪ੍ਰਾਪਤੀ ਤੇ ਹੈ ਨਾ, ਪਰ ਪ੍ਰਾਪਤੀ ਜੋ ਹੈ ਉਹ ਪਦਾਰਥ ਦੀ ਹੈ। ਜੇ ਤੇ ਪਦਾਰਥ ਦੀ ਪ੍ਰਾਪਤੀ ਹੈ, ਫਿਰ ਸਮਝੋ ਕਿ ਉਹ ਸੇਵਾ ਸਿਰਫ ਅਸੀਂ ਪਦਾਰਥ ਲਈ ਕੀਤੀ ਹੈ। ਪਰ ਜੇ ਉਹ ਸੇਵਾ ਪਦਾਰਥ ਮੁਕਤ ਹੈ, ਵੀ ਸੇਵਾ ਕਰਤ ਹੋਏ ਨਾ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਜੇ ਸੁਆਮੀ ਲਈ ਕੀਤੀ ਗਈ ਹੈ ਫਿਰ ਉਹ ਸੇਵਾ ਸਫਲੀ ਹੈ ਕਿਤੇ ਨਾ ਕਿਤੇ। ਪਰ ਜੇ ਉਹ ਪਦਾਰਥ ਲਈ ਕੀਤੀ ਗਈ ਹੈ ਤੇ ਫਿਰ ਉਹਨੂੰ ਪਦਾਰਥ ਉਹਦੇ ਨਾਂ ਦਾ ਮਿਲ ਚੁੱਕਾ ਹੈ। ਇਹ ਨਾ ਸਮਝੇ ਕਿ ਇਹ ਸੇਵਾ ਤੇ ਹੁਣ ਰੱਬ ਦੇ ਲੇਖੇ ਲੱਗ ਗਈ, ਉਹਦੇ ਲਈ ਤੇ ਜਿੱਡਾ ਪਦਾਰਥ ਮਿਲਿਆ ਉਹ ਤੈਨੂੰ ਮਿਲ ਗਿਆ। ਬੈਂਕ ਵਿੱਚ ਜਿੰਨਾ ਬੈਲੈਂਸ ਹੈ ਉਹਦੇ ਵਿੱਚੋਂ ਜਿੰਨਾ ਘਟਾਓਗੇ ਬੈਲੈਂਸ ਓਨੇ ਦਾ ਓਨਾ ਨਹੀਂ ਰਹੇਗਾ। ਜਿਹੜਾ ਆਪਾਂ ਕੱਢ ਲਿਆ ਕਾਪੀ ਤੇ ਪੈਸਾ ਉਹਨਾਂ ਤੇ ਨਾ ਰਹਿਣਾ, ਕਿਉਂਕਿ ਉਹਦੇ ਚੋਂ ਅਸੀਂ ਲੱਖ ਰੁਪਈਆ ਜੇ ਕੱਢ ਲਿਆ ਤੇ ਸਾਡਾ ਉਹਨਾਂ ਘਟ ਗਿਆ। ਤੇ ਫਿਰ ਜੇ ਅਸੀਂ ਰੱਬ ਤੋਂ ਜਿੰਨੀ ਕੁ ਸੇਵਾ ਕੀਤੀ ਉਹਨੇ ਕੁ ਪਦਾਰਥ ਮੰਗ ਕੇ ਦਾਤ ਲੈ ਲਈ ਤੇ ਫਿਰ ਸਾਡਾ ਸਿਮਰਨ ਖਤਮ ਹੋ ਗਿਆ, ਸਾਡੀ ਸੇਵਾ ਖਤਮ ਹੋ ਗਈ। ਉਸ ਤੋਂ ਬਾਅਦ ਅਸੀਂ ਕਰਦੇ ਨਹੀਂ, ਮਤਲਬ ਉਹਨਾਂ ਤੀਕ ਸੀ ਜਿੰਨਾ ਤੀਕ ਸਾਨੂੰ ਉਹ ਦਾਤ, ਉਹ ਚੀਜ਼ ਨਹੀਂ ਸੀ ਮਿਲੀ। ਹੁਣ ਲੋਟਾ ਖੜਕਦਾ ਰਿਹਾ, ਤ੍ਰੈਲੋਕੀ ਦੇ ਦਰਸ਼ਨ ਹੁੰਦੇ ਰਹੇ। ਪਰ ਜਦੋਂ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਮਰਦਾਨਿਆ ਉਹ ਇਹਦਾ ਲੋਟਾ ਚੁੱਕ ਕੇ ਦੇ ਪਿੱਛੇ ਰੱਖ, ਵੇਖੀ ਤ੍ਰੈਲੋਕੀ ਕਿੱਧਰ ਨੂੰ ਉੱਡਦੀ ਹੈ। ਤੇ ਜਦੋਂ ਲੋਟਾ ਚੁੱਕ ਕੇ ਉਹਦੀ ਬੈਕ ਸਾਈਡ ਰੱਖ ਦਿੱਤਾ, ਲੋਟੇ ਦਾ ਖੜਕਾ ਆਉਣਾ ਬੰਦ ਹੋ ਗਿਆ। ਜਿਹੜੇ ਠੋਲੂ ਵਿੱਚ ਪੈਂਦੇ ਸਨ, ਆਵਾਜ਼ ਆਉਂਦੀ ਸੀ ਤੇ ਬਾਬਾ ਜੀ ਦਰਸ਼ਨ ਕਰਵਾਉਂਦੇ ਸਨ, ਹੁਣ ਬੰਦ ਹੋ ਗਏ। ਅੱਖਾਂ ਖੋਲ ਕੇ ਵੇਖਦਾ ਹੈ, ਲੋਟਾ ਅਲੋਪ ਹੈ ਤੇ ਅੱਖਾਂ ਹੁਣ ਖੁੱਲ ਗਈਆਂ, ਜਿਹੜੀਆਂ ਅੱਧ ਮੀਟੀਆਂ ਸਨ ਹੁਣ ਖੁੱਲ ਗਏ, ਕਿਉਂਕਿ ਪੈਸਿਆਂ ਵਾਲਾ ਲੋਟਾ ਗਾਇਬ ਹੋ ਗਿਆ। ਹੁਣ ਜਦੋਂ ਇਹ ਵਾਪਰਿਆ ਤੇ ਉਹ ਕਹਿੰਦਾ ਹੈ ਕਿ ਸਾਧ ਲੋਗੋਂ ਕੇ ਸਾਥ ਮਸ਼ਕਰੀ ਨਹੀਂ ਕਰਿਆ ਕਰਦੇ। ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ, ਬਾਬਾ ਜੀ ਤ੍ਰੈਲੋਕੀ ਦੇ ਦਰਸ਼ਨ ਕਰਵਾਉਂਦੇ ਹੋ, ਤੁਹਾਡਾ ਲੋਟਾ ਗਾਇਬ ਹੋ ਗਿਆ, ਤੁਸੀਂ ਮਾੜਾ ਜਿਹਾ ਧਿਆਨ ਲਾ ਕੇ ਦੱਸੋ ਖਾਂ ਕਿ ਲੋਟਾ ਗਿਆ ਕਿੱਧਰ ਨੂੰ, ਕਿੱਧਰ ਗਿਆ ਲੋਟਾ ਦਾ, ਦੱਸੋ। ਤ੍ਰੈਲੋਕੀ ਦੇ ਦਰਸ਼ਨ ਕਰਵਾਉਣ ਵਾਲਾ ਹੁਣ ਬਾਬੇ ਨਾਨਕ ਨੂੰ ਕਹਿੰਦਾ ਵੀ ਮਸ਼ਕਰੀ ਨਹੀਂ ਕਰਿਆ ਕਰਦੇ। ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਤੇ ਤ੍ਰੈਲੋਕੀ ਦੇ ਦਰਸ਼ਨ ਕਰਾ ਰਹੇ ਹੋ ਇਹਨਾਂ ਲੋਕਾਂ ਨੂੰ, ਇਹ ਸੰਗਤ ਨੂੰ, ਤੁਹਾਨੂੰ ਤੇ ਫਿਰ ਬਹੁਤ ਗਿਆਨ ਹੋਵੇਗਾ। ਫਿਰ ਉਸ ਗਿਆਨ ਦੇ ਨਾਲ ਤੁਸੀਂ ਆਪਣਾ ਲੋਟਾ ਕਿਉਂ ਨਹੀਂ ਲੱਭ ਲੈਂਦੇ। ਹੋਰ ਕ੍ਰੋਧਿਤ ਹੋ ਗਿਆ, ਹੋਰ ਗੁੱਸੇ ਵਿੱਚ ਆ ਗਿਆ, ਔਰ ਗੁੱਸੇ ਵਿੱਚ ਆ ਕੇ ਕਹਿੰਦਾ ਮੈਂ ਸ਼ਰਾਪ ਦੇ ਦਾਂਗਾ, ਕਿਉਂਕਿ ਹੋਰ ਕੁਝ ਨਹੀਂ ਸੀ ਹੁੰਦਾ ਇਹਨਾਂ ਦੇ ਪੱਲੇ, ਇੱਕ ਵਾਰ ਤੇ ਇੱਕ ਸ਼ਰਾਪ, ਇਸ ਤੋਂ ਇਲਾਵਾ ਪੱਲੇ ਕੁਝ ਨਹੀਂ। ਮੈਂ ਸ਼ਰਾਪ ਦੇ ਦਾਂ। ਗੁਰੂ ਸਾਹਿਬ ਕਹਿੰਦੇ ਵੀ ਤੂੰ ਕੀ ਸ਼ਰਾਪ ਦੇਗਾ, ਤੂੰ ਤੇ ਆਪ ਸ਼ਰਾਪ ਦਾ ਮਾਰਿਆ ਹੈ, ਤੂੰ ਮੈਨੂੰ ਕੀ ਸ਼ਰਾਪ ਦੇਗਾ। ਸਤਿਗੁਰੂ ਜੀ ਕਹਿ ਰਹੇ ਅਕਲ ਦੇ ਅੰਨੇ ਹੋ, ਲੋਕਾਂ ਨੂੰ ਵੀ ਸਮਝਾਇਆ ਜਿਹੜੇ ਉੱਥੇ ਬੈਠੇ ਸਨ, ਭੇਡਾਂ ਉਹਦੀਆਂ, ਕਿ ਕਿਹਦੇ ਮਗਰ ਲੱਗੇ ਹੋ, ਜਿਹਨੂੰ ਆਪਣੇ ਲੋਟੇ ਦਾ ਹੀ ਨਹੀਂ ਪਤਾ, ਉਹ ਤੁਹਾਨੂੰ ਤ੍ਰੈਲੋਕੀ ਦੇ ਦਰਸ਼ਨ ਖਾਕ ਕਰਵਾਵੇਗਾ।
ਜਿਹਨੂੰ ਆਪਣੇ ਲੋਟੇ ਦਾ ਪਤਾ ਨਹੀਂ, ਉਹ ਤੁਹਾਨੂੰ ਤ੍ਰੈ ਲੋਕੀ ਦੇ ਦਰਸ਼ਨ ਕਿੱਦਾਂ ਕਰਾ ਦੇਗਾ ਵੀ? ਇਦਾਂ ਦੇ ਹਜ਼ਾਰ ਬਾਬੇ ਫਿਰਦੇ ਆ, ਲੱਖਾਂ ਬਾਬੇ ਫਿਰਦੇ ਤਾਂ ਜਿਹੜੇ ਦਰਸ਼ਨ ਕਰਵਾਉਂਦੇ ਆ, ਕਦੀ ਕਾਹਦੇ ਕਰਾਉਂਦੇ ਆ ਨਾ, ਤੇ ਲੋਕ ਦੌੜੇ ਜਾਂਦੇ ਆ। ਸਭ ਤੋਂ ਵੱਧ ਭੀੜਾ ਉਹਨਾਂ ਕੋਲ। ਇਹ ਸਾਰੀ ਖੇਡ ਮਾਇਆ ਦੀ ਆ, ਮਾਇਆ ਦੀ ਖੇਡ। ਜਿਹੜਾ ਕੋਈ ਚੰਗਾ ਗਿਆਨ ਦਿੰਦਾ ਹੈ, ਚੰਗੀ ਸਮਝ ਦਿੰਦਾ ਹੈ, ਰੱਬੀ ਬਾਣੀ ਦੀ ਕਹਿ ਲਓ, ਉਸ ਬੰਦੇ ਦੇ ਨਾਲ ਅਸੀਂ ਕਦੀ ਨਾ ਖੜਦੇ ਹਾਂ, ਨਾ ਉਹਦਾ ਸਾਥ ਦਿੰਦੇ ਹਾਂ, ਨਾ ਹੀ ਉਹਨੂੰ ਕਹਿੰਦੇ ਆ ਵੀ ਤੈਨੂੰ ਫਾਈਨੈਂਸ਼ੀਅਲੀ ਕੋਈ ਲੋੜ ਹੈ ਤੇ ਅਸੀਂ ਕਰਾਂਗੇ, ਕਦੀ ਨਹੀਂ ਕਹਿੰਦੇ। ਪਰ ਜਿਹੜਾ ਸਾਨੂੰ ਲੁੱਟਣ ਲਈ ਤੁਰਿਆ ਉਹਦਾ ਅਸੀਂ ਘਰ ਵੀ ਭਰਦੇ ਹਾਂ, ਉਹ ਡੇਰੇ ਵੀ ਸੋਹਣੇ ਸੋਹਣੇ ਬਣਾ ਲੈਂਦੇ ਆ, ਬੇਅੰਤ ਮਾਇਆ ਚਾੜਦੇ ਆ ਉਹਨਾਂ ਨੂੰ ਕਿ ਤੂੰ ਸਾਨੂੰ ਲੁੱਟ, ਸਾਨੂੰ ਖਾ, ਕਰਦੇ ਆ ਨਾ। ਮਾਇਆ ਦੀ ਖੇਡ ਹੀ ਹੈ ਨਾ ਜੀ। ਅਗਲਾ ਆਖੇ ਵੀ ਮੈਨੂੰ ਤੇ ਕੁਝ ਚਾਹੀਦਾ ਹੀ ਨਹੀਂ, ਮੈਨੂੰ ਤੇ ਸਭ ਕੁਝ ਮਿਲ ਗਿਆ, ਨਾਮ ਦੇ ਵਿੱਚੋਂ ਮੈਨੂੰ ਤੇ ਸਭ ਕੁਝ ਮਿਲ ਗਿਆ। ਨਹੀਂ, ਸਭ ਤੋਂ ਵੱਧ ਆਲੀ ਸ਼ਾਨ ਡੇਰੇ, ਕਮਰੇ ਉਹਨਾਂ ਦੇ ਕਲਯੁਗੀ ਪੰਡੇ ਵਰਗਿਆਂ ਦੇ। ਕਲਯੁਗੀ ਪੰਡਾ ਤੇ ਫਿਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਚਾਰਕ ਬਣ ਗਿਆ ਸੀ, ਪਰ ਇਹ ਲੋਕ ਤੇ ਅੱਜ ਵੀ ਲੁੱਟ ਰਹੇ ਤੇ ਅਸੀਂ ਆਪਣੇ ਆਪ ਨੂੰ ਲੁਟਾ ਰਹੇ। ਸਤਿਗੁਰੂ ਜੀ ਕਹਿ ਰਹੇ ਵੀ ਜਿਹਨੂੰ ਆਪਣੇ ਲੋਟੇ ਦਾ ਪਤਾ ਨਹੀਂ, ਉਹ ਕੀ ਦਰਸ਼ਨ ਕਰਵਾਏਗਾ। ਸਤਿਗੁਰਾਂ ਨੇ ਕਿਹਾ ਉੱਠ, ਤੇਰਾ ਪਾਜ ਉਗੜ ਗਿਆ। ਸਾਹਿਬ ਕਹਿੰਦੇ ਲੋਟਾ ਤੇ ਤੇਰੀ ਬੈਕ ਸਾਈਡ ਪਿਆ ਕੰਡ ਦੇ ਪਿੱਛੇ, ਮਗਰ ਤੈਨੂੰ ਇਹ ਨਹੀਂ ਦੱਸਿਆ ਤੂੰ ਲੋਕਾਂ ਨੂੰ ਕੀ ਦਰਸ਼ਨ ਕਰਵਾਏ। ਹੁਣ ਜਿਹੜੇ ਸਾਹਮਣੇ ਬੈਠੇ ਸਨ ਉਹ ਵੀ ਸਮਝ ਗਏ ਬਾਤ ਨੂੰ, ਕਿਉਂਕਿ ਜ਼ਿਆਦਾ ਮੂਰਖ ਲੋਕ ਨਹੀਂ ਹੁੰਦੇ, ਬਹੁਤ ਘੱਟ ਲੋਕ ਮੂਰਖ ਹੁੰਦੇ ਆ। ਜਿਹੜੇ ਜ਼ਿਆਦਾ ਮੂਰਖ ਲੋਕ ਹੁੰਦੇ ਆ ਉਹ ਫਿਰ ਵੀ ਨਹੀਂ ਸਮਝਦੇ, ਉਹ ਫਿਰ ਵੀ ਕਹਿੰਦੇ ਆ ਵੀ ਸਾਡਾ ਬਾਬਾ ਤੇ ਠੀਕ ਹੈ, ਕਹਿੰਦੇ ਆ ਨਾ, ਅੱਜ ਵੀ ਕਹਿੰਦੇ ਆ ਵੀ ਸਾਡਾ ਬਾਬਾ ਤੇ ਠੀਕ ਹੈ। ਅੱਜ ਵੀ ਉਹ ਤਖਤੀਆਂ ਲੈ ਕੇ ਰੋਸ ਮੁਜ਼ਾਹਰੇ ਕਰਦੇ ਆ, ਪਰ ਜਿਹੜੇ ਸਿਆਣੇ ਸੀਗੇ ਉਹ ਕਹਿੰਦੇ ਵੀ ਵਾਕਿਆ ਠੀਕ ਆ, ਇਹਦੇ ਤੋਂ ਪਿੱਛਾ ਛੁੱਟਿਆ ਚੰਗਾ। ਮਾਇਆ ਦੀ ਖੇਡ ਇਹਨਾਂ ਨੂੰ ਵੀ ਲੈ ਡੁੱਬੀ, ਜਿਹੜੇ ਰੱਬ ਦੇ ਘਰ ਵੱਲ ਨੂੰ ਤੁਰੇ ਪਰ ਅੱਧ ਵਿਚਾਲੇ ਅਟਕ ਗਏ। ਕਿਉਂ? ਕਿਉਂਕਿ ਬਾਬਾ ਮਾਇਆ ਰਚਨਾ ਧੋ, ਇਸ ਮਾਇਆ ਨੇ ਕਿਸੇ ਨੂੰ ਛੱਡਿਆ ਨਹੀਂ। ਤੇ ਸਤਿਗੁਰਾਂ ਨੇ ਇੱਥੋਂ ਤੱਕ ਕਿਹਾ ਕਿ ਹਰੀ ਪਰਮਾਤਮਾ ਤੇ ਠੱਗ ਹੈ, ਤੇ ਉਹਨੇ ਇਹ ਠੱਗ ਬੂਟੀ ਸਾਰੇ ਜਹਾਨ ਨੂੰ ਪਾਈ ਹੈ, ਸਾਰੇ ਜਹਾਨ। ਇੱਕ ਮਾਇਆ ਦੀ ਘਟਨਾ ਦਾ ਜ਼ਿਕਰ ਕਰਾਂ, ਕਿਉਂਕਿ ਮਾਇਆ ਐਸੀ ਹੈ ਜਿਹੜੀ ਬੰਦੇ ਨੂੰ ਖਾ ਜਾਂਦੀ। ਮਾਇਆ ਮਮਤਾ ਮੋਹਨੀ ਜਿਨ ਬੰਦੰਤਾ ਜਗ ਖਾਇਆ। ਦੰਦਾਂ ਤੋਂ ਬਿਨਾਂ ਇਹਨੇ ਜਗ ਨੂੰ ਖਾ ਲਿਆ। ਜੇ ਦੰਦ ਕੋਈ ਨਹੀਂ, ਪਰ ਇਹ ਜਗ ਨੂੰ ਖਾਈ ਜਾ ਰਹੀ ਹੈ। ਕਹਿੰਦੇ ਚਾਰ ਚੋਰ ਚੋਰੀ ਕਰਨ ਦੇ ਲਈ ਗਏ। ਉਹਨਾਂ ਚਾਰ ਚੋਰਾਂ ਨੇ ਚੋਰੀ ਕੀਤੀ, ਬਹੁਤ ਮਾਲ ਅਸਤਾਬ ਇਕੱਠਾ ਕਰ ਲਿਆ। ਇਕੱਠਾ ਕਰਕੇ ਉਸ ਨਗਰ ਤੋਂ ਕਾਫੀ ਦੂਰ ਚਲੇ ਗਏ। ਥੱਕ ਕੇ ਅਗਲਾ ਦਿਨ ਚੜਿਆ ਤੇ ਕਹਿੰਦੇ ਗਨ ਰੋਟੀ ਦਾ ਬੰਦੋਬਸਤ ਕਰ, ਕੋਈ ਨਾ ਕੋਈ ਬੰਦੋਬਸਤ ਕਰੀਏ, ਰਾਤ ਦੇ ਭੁੱਖੇ ਆ, ਕਿਉਂਕਿ ਰਾਤ ਚੋਰੀ ਕੀਤੀ ਸੀ, ਦੁਪਹਿਰ ਹੋ ਗਈ। ਇੱਕ ਦਰਖਤ ਦੇ ਥੱਲੇ ਜਾ ਕੇ ਬੈਠੇ ਤੇ ਉਹ ਮਾਇਆ ਦੀ ਪੋਟਲੀ ਵੀ ਨਾਲ ਹੈ ਜਿਹੜੀ ਲੁੱਟ ਕੇ ਲੈ ਕੇ ਆਉਂਦਾ ਮਾਲ ਅਸਤਾਬ। ਸਲਾਹ ਕੀਤੀ ਵੀ 2 ਜਣੇ ਜਾਓ, ਤੁਸੀਂ ਰੋਟੀ ਦਾ ਬੰਦੋਬਸਤ ਕਰਕੇ ਆਓ, ਅਸੀਂ ਮਾਇਆ ਦੀ ਰਾਖੀ ਬੈਠੇ। ਹੁਣ ਮਾਇਆ ਨੇ ਐਸਾ ਦਿਮਾਗ ਫੇਰਿਆ ਕਿ ਜਿਹੜੇ 2 ਜਣੇ ਮਾਇਆ ਦੀ ਰਾਖੀ ਬੈਠੇ ਸਨ, ਉਹ ਕਹਿੰਦੇ ਹਨ ਵੀ ਜਦੋਂ ਉਹ ਆਉਣਗੇ ਨਾ ਆਪਾਂ ਉਹਨਾਂ ਦਾ ਕਤਲ ਕਰ ਦੇਵਾਂਗੇ ਤੇ ਆਹ ਮਾਇਆ ਆਪਣੀ ਹੋ ਜਾਏਗੀ, ਆਪਾਂ ਅੱਧੀ ਅੱਧੀ ਵੰਡ ਲਵਾਂਗੇ। ਜਿਹੜੇ ਰਾਖੀ ਬੈਠੇ ਸਨ, ਜਿਹੜੇ ਖਾਣਾ ਲੈਣ ਗਏ ਸਨ, ਉਹ ਕਹਿੰਦੇ ਵੀ ਐਂ ਕਰਦੇ ਆਂ ਵੀ ਆਪਾਂ
ਆਪਣਾ ਖਾਣਾ ਤੇ ਖਾ ਲੈਂਦੇ ਆ ਇੱਥੇ, ਤੇ ਜਿਹੜਾ ਉਹਨਾਂ ਦਾ ਖਾਣਾ ਉਹਦੇ ਵਿੱਚ ਜ਼ਹਿਰ ਮਿਲਾ ਦਿੰਦੇ ਆ। ਜਦੋਂ ਉਹ ਖਾਣਾ ਖਾਣਗੇ ਉਹ ਮਰ ਜਾਣਗੇ ਤੇ ਮਾਇਆ ਆਪਣੇ ਦੋਵਾਂ ਦੀ ਆਬਾਦੀ ਅੱਧੀ ਕਰ ਲਵਾਂਗੇ। ਇੱਧਰ ਵੀ ਉਹ ਚੱਲ ਰਿਹਾ ਤੇ ਉਧਰ ਵੀ ਉਹ ਚੱਲ ਰਿਹਾ। ਉਹ ਵੀ ਚਾਹੁੰਦੇ ਆ ਵੀ ਉਹਨਾਂ ਦੋਵਾਂ ਨੂੰ ਮਾਰ ਕੇ ਮਾਇਆ ਸਾਡੀ ਹੋ ਜਾਏ, ਇਹ ਵੀ ਚਾਹੁੰਦੇ ਆ ਵੀ ਮਾਇਆ ਸਾਡੀ ਹੋ ਜਾਏਗੀ, ਉਹਨਾਂ ਦੋਵਾਂ ਨੂੰ ਮਾਰ ਦੇਵਾਂਗੇ। ਹੁਣ ਜਦੋਂ ਉਸ ਟਿਕਾਣੇ ਤੇ ਪਹੁੰਚੇ, ਟਿਕਾਣੇ ਤੇ ਪਹੁੰਚ ਕਰਕੇ ਜਦੋਂ ਪਹੁੰਚੇ ਰੋਟੀ ਲੈ ਕੇ, ਉਹ ਤਿਆਰੀ 'ਚ ਬੈਠੇ ਸਨ। ਉਹਨਾਂ ਨੇ ਦੋਵਾਂ ਦਾ ਗਾਟਾ ਵੱਢਿਆ, ਉਹਨਾਂ ਨੂੰ ਮਾਰ ਮੁਕਾਇਆ। ਉਹ ਜਿਹੜੇ ਰੋਟੀ ਲੈਣ ਗਏ ਸਨ ਉਹਨਾਂ ਨੂੰ ਮਾਰ ਦਿੱਤਾ। ਮਾਰ ਕੇ ਸੋਚਦੇ ਨੇ ਵੀ ਕਿਉਂ ਨਾ ਹੋਵੇ, ਭੁੱਖ ਬੜੀ ਲੱਗੀ, ਇਹ ਵੀ ਰੋਟੀ ਖਾ ਕੇ ਆਪਾਂ ਫਿਰ ਚੱਲਦੇ ਹਾਂ। ਬੜੀਆਂ ਚੋਰੀਆਂ ਐਸੀਆਂ ਹੋਈਆਂ, ਸ਼ਾਇਦ ਸੁਣੀਆਂ ਵੀ ਹੋਣਗੀਆਂ, ਅਖਬਾਰਾਂ ਦੇ ਵਿੱਚ ਪੜ੍ਹੀਆਂ ਵੀ ਹੋਣਗੀਆਂ ਕਿ ਅਗਲੇ ਆਏ, ਖਾ ਪੀ ਕੇ ਚੰਗੀ ਤਰ੍ਹਾਂ ਮਾਰ ਕੇ ਤੇ ਫਿਰ ਘਰੋਂ ਬਾਹਰ ਨਿਕਲੇ ਹੁੰਦੇ ਨਾ ਚੋਰ ਜਿਹੜੇ ਆ, ਵੀ ਨਾਲੇ ਖਾਧਾ ਪੀਤਾ ਅਗਲੇ ਦੇ ਘਰ, ਨਾਲੇ ਅਗਲੇ ਨੂੰ ਮਾਰਿਆ ਤੇ ਲੁੱਟ ਕੇ ਵੀ ਲੈ ਗਏ। ਹੁਣ ਇਹਨਾਂ ਸੋਚਿਆ ਵੀ ਮਾਰ ਤੇ ਇਹਨਾਂ ਨੂੰ ਦਿੱਤਾ ਹੀ ਹੈ, ਮਾਇਆ ਤੇ ਹੁਣ ਆਪਣੀ ਹੈ, ਕਿਉਂ ਨਾ ਹੋਵੇ ਆਪਾਂ ਹੁਣ ਰੋਟੀ ਖਾਈਏ। ਹੁਣ ਉਹਦੇ ਵਿੱਚ ਮਿਲਿਆ ਹੋਇਆ ਸੀ ਯਾਰ। ਹੁਣ ਉਹਨਾਂ ਨੇ ਵੀ ਰੋਟੀ ਜਦੋਂ ਖਾਧੀ ਤੇ ਉਹ ਵੀ ਉਸੇ ਜਗ੍ਹਾ ਤੇ ਮਰ ਗਏ। ਮਾਇਆ ਨਾ ਉਹਨਾਂ ਦੀ ਹੋਈ ਤੇ ਨਾ ਮਾਇਆ ਉਹਨਾਂ ਦੀ ਹੋਈ। ਤਾਂ ਕਰਕੇ ਸਤਿਗੁਰਾਂ ਨੇ ਕਿਹਾ ਵੀ ਹਰ ਠੱਗ ਜਗ ਕੋ ਠਗੌਰੀ ਪਾਈ। ਹਰੀ ਠੱਗ ਹੈ ਜਿਹਨੇ ਮਾਇਆ ਰੂਪੀ ਬੂਟੀ ਪਾਈ ਹੈ, ਤੇ ਅਸੀਂ ਹਰ ਰੋਜ਼ ਇਸ ਮਾਇਆ ਰੂਪੀ ਬੂਟੀ ਦੇ ਦੁਆਰਾ ਠੱਗੇ ਜਾ ਰਹੇ ਹਾਂ ਹਰ ਰੋਜ਼। ਇਹ ਹੋਣੀ ਕਿਸੇ ਦੀ ਵੀ ਨਹੀਂ ਹੈ, ਕਿਉਂਕਿ ਸਤਿਗੁਰਾਂ ਨੇ ਇੱਥੋਂ ਤੱਕ ਕਿਹਾ ਕਿ ਨਾਰ ਮਰੈ ਪੁਰਖ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੂ ਹੋਵੈ। ਕਹਿੰਦੇ ਕਦੀ ਬੰਦਾ ਮਰ ਜੇ ਤੇ ਨਾਰ ਨਹੀਂ ਰੋਂਦੀ। ਨਾਰ ਦਾ ਮਤਲਬ ਪਤਨੀ ਨਹੀਂ ਹੈ, ਇੱਥੇ ਨਾਰ ਦਾ ਮਤਲਬ ਹੈ ਮਾਇਆ। ਮਾਇਆ ਇਕੱਠੀ ਕਰਨ ਵਾਲਾ ਬੰਦਾ ਦਿਨ ਰਾਤ ਅੱਧੀ ਚੋਟੀ ਦਾ ਜ਼ੋਰ ਲਾ ਕੇ ਨੂੰਹਾਂ ਭਰ ਹੋ ਕੇ ਮਾਇਆ ਇਕੱਤਰ ਕਰਦਾ ਹੈ। ਪਰ ਜਦੋਂ ਬੰਦਾ ਮਾਇਆ ਇਕੱਤਰ ਕਰਨ ਵਾਲਾ ਮਰਦਾ, ਮਾਇਆ ਇਹਨੂੰ ਨਹੀਂ ਰੋਂਦੀ, ਬੰਦਾ ਮਾਇਆ ਨੂੰ ਰੋਂਦਾ ਰੋਂਦਾ ਮਰ ਜਾਂਦਾ। ਮਾਇਆ ਕਦੀ ਰੋਈ ਹੈ? ਉਸ ਰਖਵਾਰਾ ਔਰੂ ਹੋਵੇ, ਸਗੋਂ ਉਹਦਾ ਖਸਮ ਤੇ ਉਹਦਾ ਪੁੱਤਰ ਬਣ ਜਾਣਾ। ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹਦਾ ਜਿਹੜਾ ਖਸਮ ਹੈ ਉਹਦਾ ਪੁੱਤਰ ਬਣ ਜਾਣਾ। ਉਹਦੀ ਨਾਰ ਸੀ ਮਾਇਆ ਜਿਹਨੇ ਇਕੱਤਰ ਕੀਤੀ। ਪਰ ਜਿਸ ਦਿਨ ਉਹ ਮਰਿਆ ਤੇ ਉਹਦਾ ਰਖਵਾਰਾ ਕੋ ਹੋਰ ਬਣ ਗਿਆ, ਉਹਦਾ ਖਸਮ ਉਹਦਾ ਪੁੱਤਰ ਬਣ ਗਿਆ। ਇੱਦਾਂ ਤੇ ਨਹੀਂ ਨਾ ਹੁੰਦਾ ਸਮਾਜ ਦੇ ਅੰਦਰ, ਮਾਂ ਦਾ ਖਸਮ ਤੇ ਨਹੀਂ ਪੁੱਤਰ ਬਣਦਾ। ਪਰ ਸਤਿਗੁਰੂ ਕਹਿ ਰਿਹਾ ਕਿ ਉਸ ਰਖਵਾਰਾ ਔਰੂ ਹੋਵੇ, ਜਿਹਨੂੰ ਉਹਨੇ ਆਪਣਾ ਖਸਮ ਬਣਾਇਆ ਸੀ, ਖਸਮ ਤੇ ਮਰ ਗਿਆ, ਪਰ ਅੱਗੋਂ ਉਹਦੀ ਰਾਖੀ ਕਰਨ ਵਾਲਾ ਕੋਈ ਹੋਰ ਬਣ ਗਿਆ। ਤੇ ਮਾਇਆ ਕਦੀ ਨਹੀਂ ਰੋਂਦੀ, ਬੰਦਾ ਰੋਂਦਾ ਮਾਇਆ ਨੂੰ, ਹਾਏ ਮਾਇਆ ਚਲੀ ਗਈ, ਹਾਏ ਮਾਇਆ ਆਉਂਦੀ ਕਿਉਂ ਨਹੀਂ। ਪਰ ਕਦੀ ਮਾਇਆ ਨੇ ਕਿਹਾ ਵੀ ਮੈਂ ਫਲਾਣੇ ਬੰਦੇ ਕੋਲ ਜਾਵਾਂ, ਉਹਦੀ ਕੋਈ ਤਮਾ ਨਹੀਂ ਹੈ। ਇੱਕ ਪਾਸਰ ਪਿਆਰ ਜਿਹਨੂੰ ਕਹਿੰਦੇ ਆ ਨਾ, ਉਹ ਹੈ ਸਾਡਾ ਹੈ, ਮਾਇਆ ਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਆ, ਬਾਬਾ ਮਾਇਆ ਰਚਨਾ ਤੋ ਕੀ ਕਿਹਾ? ਸਭ ਕਹਿੰਦੇ ਅੰਧਾ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅੰਧੇ ਹੋ ਗਏ ਮਨੁੱਖ, ਮਾਇਆ ਦੇ ਮੋਹ ਵਿੱਚ ਅੰਨੇ ਹੋ ਗਏ। ਅੰਨੇ ਮਨੁੱਖਾਂ ਨੇ ਨਾਮ ਨੂੰ ਵਿਸਾਰ ਦਿੱਤਾ। ਅੰਨੇ ਹੋ ਜਾਂਦੇ ਆ ਨਾ, ਜੇ ਕਿਤੇ 2 ਇੰਚ ਵੀ ਵੱਟ ਇੱਧਰ ਚਲੀ ਜਾਵੇ, 2 ਇੰਚ ਵੀ ਵੱਟ ਚਲੀ ਜਾਵੇ ਇੱਧਰ, ਤੇ ਕਈਆਂ ਚੁੱਕ ਕੇ ਅਗਲੇ ਦਾ ਸਿਰ ਪਾੜਨ ਤੱਕ ਜਾਂਦੇ ਆ, ਕਤਲ ਕਰ ਦਿੰਦੇ ਆ। ਅੰਨੇ ਆ, ਪੱਟੀ ਵੱਜ ਜਾਂਦੀ ਮਾਇਆ ਦੀ, ਅੰਨੇ ਹੋ ਜਾਂਦੇ ਆ। ਫਿਰ ਦਿਸਦਾ ਨਹੀਂ ਮੇਰਾ ਸਕਾ ਭਰਾ ਹੈ, ਫਿਰ ਕੀ ਹੋ ਗਿਆ? ਨਾ, ਫਿਰ ਨਹੀਂ, ਕਿਉਂਕਿ ਮਾਇਆ ਦੀ ਪੱਟੀ ਵੱਜੀ। ਇਹਨੇ 4 ਇੰਚ ਜਗ੍ਹਾ ਇੱਧਰ ਕਿਉਂ ਕਰ ਲਈ, ਕੰਧ ਇੱਧਰ ਕਿਉਂ ਕਰ ਲਈ? ਮੈਂ ਤੇ ਉਹਨੂੰ ਵੱਢ ਕੇ ਸਾਹ ਲਵਾਂਗਾ। ਕਿਉਂ? ਕਿਉਂਕਿ ਪੱਟੀ ਵੱਜ ਗਈ। ਹੁਣ ਭਰਾ ਨਹੀਂ ਦਿਸਦਾ, ਹੁਣ ਦੁਸ਼ਮਣ ਨਜ਼ਰ ਆਉਂਦਾ ਵੀ ਇਹ ਤੇ ਮੇਰਾ ਹੁਣ ਦੁਸ਼ਮਣ ਹੈ।
ਸ਼ਰੀਕੇਬਾਜ਼ੀ ਹੋ ਗਈ ਹੈ। ਅੰਧਾ ਨਾਮ ਵਸਾਰਿਆ, ਅੰਨਾ ਹੋ ਗਿਆ ਮਨੁੱਖ, ਕਰਤਾਰ ਦੀ ਬੰਦਗੀ ਨੂੰ ਵਸਾਰ ਦਿੱਤਾ, ਨਾਮ ਨੂੰ ਵਸਾਰ ਦਿੱਤਾ ਹੈ ਤੇ ਮਾਇਆ ਵਿੱਚ ਅੰਨਾ ਹੋਇਆ। ਅੰਨੇ ਨਾਮ ਵਸਾਰਿਆ, ਨਾ ਤਿਸ ਇਹ ਨਾ ਉਹ। ਹੁਣ ਜਿਵੇਂ ਉਹਨਾਂ ਚੋਰਾਂ ਦੇ ਹੱਥ ਵਿੱਚ ਮਾਇਆ ਨਹੀਂ ਆਈ ਚਾਰਾਂ ਦੇ, ਤੇ ਸਤਿਗੁਰੂ ਉਹੀ ਉਦਾਹਰਨ ਦੇ ਕੇ ਸਮਝਾ ਰਹੇ, ਨਾ ਤਿਸ ਇਹ ਦਾ ਮਤਲਬ ਮਾਇਆ, ਨਾ ਹੀ ਬੰਦਿਆਂ ਦੇ ਹੱਥ ਵਿੱਚ ਮਾਇਆ ਆਈ, ਨਾ ਤਿਸ ਨਾ ਉਹ ਕੌਣ? ਅਕਾਲ ਪੁਰਖ ਕਰਤਾ ਪਰਮਾਤਮਾ ਦਾ ਨਾਮ। ਸਾਰੀ ਜ਼ਿੰਦਗੀ ਜਿਹਦੇ ਪਿੱਛੇ ਦੌੜਿਆ ਉਹ ਵੀ ਹੱਥ ਵਿੱਚ ਨਾ ਆਈ ਮਾਇਆ, ਤੇ ਜਿਹਦੇ ਪਿੱਛੇ ਦੌੜਿਆ ਕੋਈ ਨਹੀਂ, ਕਰਤਾਰ ਦਾ ਨਾਮ ਤੇ ਕਿੱਥੋਂ ਆਉਣਾ ਸੀ? ਕਿਉਂ? ਕਿਉਂਕਿ ਉਹ ਤੇ ਕਦੀ ਜਪਿਆ ਨਹੀਂ। ਨਾ ਤਿਸ ਇਹ ਮਤਲਬ ਮਾਇਆ, ਨਾ ਉਹ ਮਤਲਬ ਅਕਾਲ ਪੁਰਖ ਕਰਤਾ ਪਰਮਾਤਮਾ। ਅੰਨੇ ਹੋ ਕੇ ਮਨੁੱਖ ਨੇ ਕਰਤਾਰ ਦੇ ਨਾਮ ਨੂੰ ਵਿਸਾਰ ਦਿੱਤਾ, ਔਰ ਕਰਤਾਰ ਦਾ ਨਾ ਹੀ ਨਾਮ ਪੱਲੇ ਪਿਆ ਤੇ ਨਾ ਹੀ ਇਹ ਮਾਇਆ ਨਾਲ। ਸਭ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਾਚਾ ਧਨ ਸੰਚੈ ਮੂਰਖ ਗਾਵਾਰ। ਇਸ ਕੱਚੇ ਧਨ ਨੂੰ ਇਕੱਠਾ ਕਰਨ ਵਾਲੇ ਨੂੰ ਮੂਰਖ ਕਿਹਾ, ਮੂਰਖ ਤੇ ਨਾਲ ਕਿਹਾ ਗਵਾਰ। ਭਾਵੇਂ ਜਿੰਨਾ ਮਰਜ਼ੀ ਪੜ੍ਹਿਆ ਹੋਵੇ ਪਰ ਹੈ ਤੇ ਗਵਾਰ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਇਹ ਵਿਖਿਆ ਯੈਰ ਰੂਪੀ ਧਨ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਦੁੱਖ ਹੀ ਪ੍ਰਾਪਤ ਕਰਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਨਾ ਹੀ ਇਹ ਸਾਥ ਜਾਂਦਾ ਤੇ ਨਾ ਹੀ ਇਹਦੀ ਕੋਈ ਪ੍ਰਾਪਤੀ ਹੁੰਦੀ। ਅੰਧੇ ਨਾਮ ਵਿਸਾਰਿਆ, ਨਾ ਤਿਸ ਨਾ ਉਹ। ਨਾ ਹੀ ਮਾਇਆ ਦੀ ਪ੍ਰਾਪਤੀ ਹੋਈ ਤੇ ਨਾ ਹੀ ਰੱਬ ਦੀ ਪ੍ਰਾਪਤੀ ਹੋਈ। ਇੱਦਾਂ ਹੀ ਜ਼ਿੰਦਗੀ ਸਾਡੀ ਬਸਰ ਹੋ ਗਈ ਔਰ ਅਸੀਂ ਕਰ ਰਹੇ ਹਾਂ। ਜੇ ਸਮਝ ਗਏ ਤੇ ਫਿਰ ਉਹ ਪ੍ਰਾਪਤ ਕਰ ਲਾਂਗੇ। ਉਹ ਕੌਣ? ਅਕਾਲ ਪੁਰਖ ਕਰਤੇ ਦਾ ਨਾਮ। ਫਿਰ ਮੰਗ ਲਾਂਗੇ ਕਿ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਫਿਰ ਇਹ ਬਾਤ ਬਣ ਜਾਏਗੀ, ਫਿਰ ਸਾਨੂੰ ਨਾਮ ਤੇ ਕਮ ਸੇ ਕਮ ਪ੍ਰਾਪਤ ਹੋ ਜਾਏਗਾ ਨਾ। ਇਸ ਲਈ ਨਾਮ ਦੀ ਪ੍ਰਾਪਤੀ ਕਰੀਏ, ਕਰਤਾਰ ਦੇ ਨਾਮ ਦੀ ਪ੍ਰਾਪਤੀ ਕਰੀਏ। ਰਹਾਉ ਵਾਲਾ ਇਹ ਬੰਦ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਅਗਲੇਰੀਆਂ ਪੰਕਤੀਆਂ 'ਚ ਜੋ ਕਿਰਪਾ ਵਰਤਾਉਂਦੇ